ਹਾਲੇਲੂਇਆ ਜੈ ਮਸੀਹ ਦੀ। ਆਪਾਂ ਵਚਨ ਦੇ ਮੁਤਾਬਿਕ ਇੱਕ ਹੋਰ ਚੀਜ਼ ਨੂੰ ਵੇਖਣ ਜਾ ਰਹੇ ਹਾਂ ਕਿ ਪਤੀ ਤੇ ਪਤਨੀ ਦਾ ਘਰਾਣੇ ਦੇ ਵਿੱਚ ਕੀ ਮਕਾਮ ਹੈਗਾ, ਯਾਨੀ ਦੀ ਪਲੇਸ ਆਫ ਹਸਬੈਂਡ ਐਂਡ ਵਾਈਫ ਇਨ ਦਾ ਫੈਮਿਲੀ। ਤੇ ਨਾਲ ਹੀ ਭਈ ਇੱਕ ਦੂਜੇ ਦੇ ਲਈ ਆਦਰ ਕੀ ਹੈਗਾ, ਯਾਨੀ ਕਿ ਇਹਨੂੰ ਆਪਾਂ ਕਹਿ ਸਕਨੇ ਆ ਕਿ ਐਂਡ देयर ਰਿਸਪੈਕਟ ਫॉर ਈਚ ਅਦਰ। ਤੇ ਘਰਾਣੇ ਦੇ ਵਿੱਚ ਜਿਹੜਾ ਪਤੀ ਹੈ ਉਹ ਪਤਨੀ ਦਾ ਜਿਹੜਾ ਮਕਾਮ ਹੈ ਨਾ ਉਹਦੇ ਮੁਤਲਕ ਅਸੀਂ ਦੇਖਾਂਗੇ। ਤੇ ਪਤੀ ਜਿਹੜਾ ਹੈ ਉਹ ਪਤਨੀ ਦੇ ਲਈ ਇੱਕ ਪਰਮੇਸ਼ਵਰ ਦੀ ਦੇਣ ਹੈਗੀ ਹੈ, ਤੇ ਜਿਹੜੀ ਪਤਨੀ ਹੈ ਉਹ ਪਰਮੇਸ਼ਵਰ ਦੇ ਲਈ ਇੱਕ ਤੋਹਫਾ ਹੈਗਾ। ਸੋ ਪਰਮੇਸ਼ਵਰ ਨੇ ਪਤੀ ਤੇ ਪਤਨੀ ਨੂੰ ਇਸ ਲਈ ਬਣਾਇਆ ਕਿ ਉਹ ਆਪਣੇ ਘਰਾਣੇ ਦੇ ਨਾਲ ਪੂਰੀ ਫੈਮਿਲੀ ਜਿਹੜੀ ਹੈ ਉਹ ਪਰਮੇਸ਼ਵਰ ਦੇ ਅਧਿਕਾਰ ਨੂੰ ਜਾਂ ਉਹਦੇ ਇਖਤਿਆਰ ਨੂੰ ਜ਼ਾਹਿਰ ਕਰ ਸਕੇ, ਤੇ ਆਪਣੀ ਨਸਲ ਤੇ ਆਪਣੇ ਦਿੱਤੇ ਗਏ ਰੂਹਾਨੀ ਇਖਤਿਆਰ ਜਿਹੜਾ ਪਰਮੇਸ਼ਵਰ ਨੇ ਦਿੱਤਾ ਹੈ, ਜਿਹੜਾ ਆਪਾਂ ਪਿਛਲੀ ਰਿਕਾਰਡਿੰਗ ਵਿੱਚ ਵੀ ਦੇਖ ਲਿਆ, ਉਹਨੂੰ ਕਾਇਮ ਰੱਖ ਸਕਣ। ਤੇ ਜਿਹੜਾ ਪਰਮੇਸ਼ਵਰ ਹੈ ਮਨੁੱਖ ਤੇ ਸ੍ਰਿਸ਼ਟੀ ਦੇ ਵਿੱਚ ਜਿਹੜੀ ਤਰਤੀਬ ਹੈਗੀ ਹੈ ਨਾ ਉਹਨੂੰ ਵੀ ਕਾਇਮ ਰੱਖ ਸਕਣ। ਸੋ ਪਰਮੇਸ਼ਵਰ ਨੇ ਪਤੀ ਤੇ ਪਤਨੀ ਦੋਵਾਂ ਨੂੰ ਅਲੱਗ-ਅਲੱਗ ਇੱਕ ਖਾਨਦਾਨੀ ਜਾਂ ਕਹਿ ਲਓ ਘਰਾਣੇ ਦਾ ਮਕਾਮ ਇੱਕ ਦਿੱਤਾ ਹੈ। ਯਾਨੀ ਪਤੀ ਨੂੰ ਵਚਨ ਦੇ ਮੁਤਾਬਿਕ ਇਹ ਇੱਕ ਸਰਬਰਾਹ ਵੇ ਮੁਖੀਆ ਹੈਗਾ, ਤੇ ਮੁਖੀਆ ਹੋਣ ਦੇ ਤਲਕ ਦੇ ਨਾਲ ਆਪਾਂ ਅੱਗੇ ਜਾ ਦੇਖਾਂਗੇ ਕਿ ਉਹਦੀਆਂ ਕੀ ਜ਼ਿੰਮੇਵਾਰੀਆਂ ਨੇ ਜਿਹੜੀਆਂ ਪ੍ਰਭੂ ਦਾ ਵਚਨ ਦੱਸਦਾ ਹੈ। ਤੇ ਇਸੇ ਤਰੀਕੇ ਨਾਲ ਪਤਨੀ ਨੂੰ ਵੀ ਪਰਮੇਸ਼ਵਰ ਨੇ ਜਿਹੜਾ ਪਤੀ ਦਾ ਹੈਲਪਰ ਜਾਂ ਸਹਾਇਕ ਜਿਹਨੂੰ ਕਹਿ ਲਓ ਮਦਦਗਾਰ ਜਿਹੜਾ ਹੈ ਨਾ ਉਹਦਾ ਮਕਾਮ ਦਿੱਤਾ ਹੈ। ਸੋ ਹੁਣ ਇਹ ਜਿਹੜਾ ਮੁਖੀਆ ਹੈ ਇਹ ਮਦਦਗਾਰ ਤੇ ਜਿਹੜੀ ਸਹਾਇਕ ਯਾਨੀ ਪਤੀ ਤੇ ਪਤਨੀ ਇਹ ਦੋਏ ਜਿਹੜੇ ਨੇ ਇਹ ਇੱਕ ਇਹੋ ਜਿਹੇ ਮਕਾਮ ਨੇ, ਯਾਨੀ ਇੱਕ ਦੂਜੇ ਕੋਲੋਂ ਘੱਟ ਨਹੀਂ ਗਾ। ਜੇ ਉਹ ਮੁਖੀਆ ਹੈਗਾ, ਇਹ ਜਿਹੜੀ ਪਤਨੀ ਹੈ ਇਹ ਵੇ ਕਹਿ ਲਓ ਕਿ ਇਹ ਉਹਦੀ ਹੈਲਪਰ ਹੈ, ਜਾਂ ਉਹਨੂੰ ਕਹਿ ਲਓ ਕਿ ਉਹ ਜਿਹੜੀ ਹੈ ਉਹਦੀ ਮਦਦਗਾਰ ਜਾਂ ਸਹਾਇਕ ਹੈਗੀ ਹੈ। ਇਹ ਬੜਾ ਇੱਜ਼ਤਦਾਰ ਹੈ, ਜ਼ਿੰਮੇਦਾਰ ਤੇ ਇੱਕ ਬਹੁਤ ਹੀ ਅਹਿਮ ਇਹ ਮਕਾਮ ਜਿਹੜੇ ਨੇ ਖੁਦਾ ਨੇ ਦੋਵਾਂ ਨੂੰ ਦਿੱਤੇ ਨੇ। ਯਾਨੀ ਕਹਿਣ ਦਾ ਮਤਲਬ ਹੈ ਇਹ ਦੋਏ ਜਿਹੜੇ ਨੇ ਇਹ ਪਰਮੇਸ਼ਵਰ ਨੂੰ ਜਵਾਬਦੇਹ ਨੇ, ਤੇ ਇੱਕ ਤੋਂ ਬਗੈਰ ਦੂਜਾ ਤੇ ਦੂਜੇ ਮਤਲਬ ਇੱਕ ਤੋਂ ਬਗੈਰ ਦੂਜੇ ਦੀ ਕੋਈ ਹਸੀਅਤ ਨਹੀਂ ਜੇ। ਤੇ ਜਦੋਂ ਕਿ ਪਤੀ ਤੇ ਪਤਨੀ ਪਰਮੇਸ਼ਵਰ ਦੀ ਇਸ ਦਿੱਤੀ ਗਈ ਸਿੱਖਿਆ ਉੱਤੇ ਚੱਲਦੇ ਨੇ ਤੇ ਘਰਾਣਾ ਜਿਹੜਾ ਜੇ ਨਾ ਉਹ ਯਕੀਨ ਜਾਣੋ ਸਵਰਗ ਬਣ ਜਾਂਦਾ ਹੈ, ਕਿਉਂਕਿ ਪਰਮੇਸ਼ਵਰ ਨੇ ਉਹ ਆਗਿਆਕਾਰੀ ਕਰਦੇ ਨੇ, ਉਹਦੇ ਹੁਕਮਾਂ ਨੂੰ ਮੰਨਦੇ ਨੇ, ਤੇ ਫਿਰ ਇੱਕ ਜਿਹੜਾ ਘਰਾਣਾ ਹੈ ਉਹ ਸਵਰਗ ਬਣ ਜਾਂਦਾ ਹੈ। ਤੇ ਜੇ ਉਹ ਅਗਰ ਇੱਕ ਮਨ ਇੱਕ ਚਿੱਤ ਹੋ ਕੇ ਨਹੀਂ ਤੇ ਯਕੀਨ ਜਾਣੋ ਉਹ ਜਿਹੜਾ ਖਾਨਦਾਨ ਹੈ ਉਹ ਨਰਕ ਬਣ ਜਾਂਦਾ ਹੈ। ਸੋ ਇਹ ਗੱਲ ਸਾਨੂੰ ਯਾਦ ਰੱਖਣੀ ਹੈ ਕਿ ਇਹ ਜਿਹੜਾ ਪਤੀ ਹੈ ਨਾ ਇਹ ਖਾਨਦਾਨ ਦਾ ਹਾਕਮ ਨਹੀਂ ਗਾ, ਐਵੇਂ ਲੋਕ ਝਾੜਦਾ ਰਹੇ, ਬਲਕਿ ਮੁਖੀਆ ਹੈ, ਬਲਕਿ ਉਹ ਆਪਣੇ ਖਾਨਦਾਨ ਦਾ ਮੁਖੀਆ ਹੈਗਾ। ਤੇ ਬੀਵੀ ਉਹਦੀ ਗੁਲਾਮ ਵੀ ਨਹੀਂ ਜੇ ਐਵੇਂ ਉਹਨੂੰ ਡਾਈ ਰੱਖੋ, ਬਲਕਿ ਉਹਦੀ ਸਾਥੀ ਹੈਗੀ ਹੈ। ਹੁਣ ਇਹ ਇੱਕ ਉਦਾਹਰਨ ਦੇ ਨਾਲ ਅਸੀਂ ਇਹਨੂੰ ਵੇਖ ਲੈਂਦੇ ਹਾਂ ਕਿ ਇਹ ਪਤੀ ਜਿਹੜਾ ਨਾ ਇਹ ਘਰਾਣੇ ਦੀ ਗੱਡੀ ਦਾ ਡਰਾਈਵਰ ਹੈਗਾ ਹੈ ਨਾ, ਤੇ ਬੀਵੀ ਜਿਹੜੀ ਹੈ ਨਾ ਉਹਦੀ ਬੀਵੀ ਕਹਿ ਲਓ ਪਤਨੀ ਜਿਹੜੀ ਹੈ ਉਹਨੂੰ ਮਸ਼ਵਰੇ ਦੇ ਸਕਦੀ, ਕੀ ਕਰਦੇ ਹੋ ਜੀ, ਕਿਹਦੀ ਗੱਡੀ 'ਤੇ ਚਲਾਉਂਦੇ ਹੋ, ਤੁਸੀਂ ਧਿਆਨ ਕਰੋ। ਤੇ ਜੇ ਦੇਖੋ ਇਹ ਖਾਨਦਾਨ ਦੇ ਵਿੱਚ ਗੱਡੀ ਖਾਨਦਾਨ ਦੀ ਜਿਹੜੀ ਪਰਿਵਾਰ ਦੀ ਜਾਂ ਘਰਾਣੇ ਦੀ ਗੱਡੀ ਦਾ ਇੱਕੋ ਹੀ ਡਰਾਈਵਰ ਐਟ ਏ ਟਾਈਮ ਹੋ ਸਕਦਾ ਹੈ। ਤੇ ਜੇ ਉਹ ਜਿਹੜੀ ਪਤਨੀ ਹੈ ਉਹ ਦੱਸਣ ਦੀ ਬਜਾਏ ਸਟੀਅਰਿੰਗ ਨੂੰ ਹੱਥ ਪਾ ਦੇ, ਫਿਰ ਤੁਹਾਨੂੰ ਪਤਾ ਹੈ ਕਿ ਫਿਰ ਅੱਗੇ ਕੀ ਪੰਗਾ ਪੈ ਜਾਂਦਾ ਹੈ, ਫਿਰ ਉਹ ਇਹ ਹੋਏਗਾ ਕਿ ਐਕਸੀਡੈਂਟ ਤਾਂ ਹੋ ਹੀ ਜਾਏਗਾ ਨਾ। ਸੋ ਇਸ ਲਈ ਸੇਫ ਡਰਾਈਵਿੰਗ ਦੇ ਲਈ
ਆਪਾਂ ਨੂੰ ਚਾਹੀਦਾ ਹੈ ਕਿ ਅਸੀਂ ਇਹ ਤਰੀਕੇ ਦੇ ਨਾਲ ਚੱਲੀਏ। ਸੋ ਇਹ ਜਿਹੜੀ ਇਹ ਸ਼ਾਦੀशुदा, ਇਹ ਜਿਹੜੀ ਇਹ ਮਸੀਹੀ ਜ਼ਿੰਦਗੀ ਦੇ ਵਿੱਚ ਇਹ ਜਿਹੜੀ ਹੁੰਦੀ ਨਾ ਪੋਜੀਸ਼ਨ ਲੈਣੀ ਜਾਂ ਡਿਊਟੀਜ਼ ਲੈਣੀ, ਇਹ ਸਮਾਜ ਦੇ ਮੁਤਾਬਿਕ ਨਹੀਂ ਹੁੰਦੀ। ਭਈ ਸਾਨੂੰ ਦੱਸਿਆ ਜਾਂਦਾ ਹੈ ਕਿ ਜੀ ਇਸ ਤਰ੍ਹਾਂ ਜਿਹੜਾ ਹੈ ਉਹ ਪਤੀ ਜਿਹੜਾ ਹੈ ਉਹ ਬੜਾ ਉੱਚਾ ਹੈਗਾ, ਪਤਨੀ ਨੂੰ ਪੁੱਛਦੇ ਨਹੀਂ। ਇਹ ਸਮਾਜ ਦੇ ਮੁਤਾਬਿਕ ਨਹੀਂ, ਇਹ ਖਾਨਦਾਨਾਂ ਦੀ ਰੀਤੀ ਰਿਵਾਜ ਦੇ ਨਾਲ ਨਹੀਂ, ਬਲਕਿ ਇਹ ਜਿਹੜੀ ਹੈ ਪ੍ਰਭੂ ਦੇ ਵਚਨ ਦੇ ਮੁਤਾਬਿਕ ਹੀ ਆਪਾਂ ਚੱਲਣਾ ਹੁੰਦਾ ਹੈ, ਤੇ ਜਿਹੜੇ ਪਰਮੇਸ਼ਵਰ ਨੇ ਸਾਨੂੰ ਦੱਸੇ ਦੇ ਨੇ। ਇਸ ਲਈ ਅਸੀਂ ਜਿਹੜਾ ਹੈ ਮਸੀਹੀ ਘਰਾਣੇ ਦੇ ਮੁਤਾਬਿਕ ਨਹੀਂ, ਮਤਲਬ ਇਸ ਲਈ ਕਿ ਸਾਨੂੰ ਦੁਨੀਆ ਦੇ ਮੁਤਾਬਿਕ ਬਲਕਿ ਜੋ ਬਾਈਬਲ ਕਹਿੰਦੀ ਉਹਦੇ ਮੁਤਾਬਿਕ ਅਸਾਂ ਜ਼ਿੰਦਗੀ ਨੂੰ ਸੈੱਟ ਕਰਨਾ ਹੈ। ਆਓ ਹੁਣ ਇੱਕ ਮਕਾਮ ਦੇਖ ਲਈਏ ਜਿਹੜਾ ਇੱਥੇ ਵਚਨ ਵਿੱਚ ਆਪਾਂ ਨਾਲ ਪੜਾਂਗੇ ਵੀ, ਤੇ ਵੇਖੀਏ ਕਿ ਜਿਹੜਾ ਪਤੀ ਨੂੰ ਘਰਾਣੇ ਦੇ ਵਿੱਚ ਕੀ ਮਕਾਮ ਹੈਗਾ। ਹੁਣ ਤੇ ਅਸੀਂ ਇਹ ਵੇਖ ਲਿਆ ਕਿ ਬੀਵੀ ਜਿਹੜੀ ਹੈ ਇਹ ਉਹਦੀ ਮਦਦਗਾਰ ਹੈ, ਸਹਾਇਕ ਹੈ, ਤੇ ਉਹਦਾ ਕੰਮ ਹੈ ਕਿ ਉਹ ਪਤੀ ਦੇ ਤਾਬੇਦਾਰੀ ਦੇ ਵਿੱਚ ਯਾਨੀ ਕਿ ਉਹ ਚੱਲੇ, ਕਿਉਂਕਿ ਇਹ ਉਹਦਾ ਮਕਾਮ ਹੈਗਾ। ਸੋ ਇਹ ਉਹ ਪਤੀ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ, ਇੱਕ ਅਹੁਦਾ ਹੈਗਾ ਕਿ ਉਹ ਇਹ ਪਰਮੇਸ਼ਵਰ ਵੱਲੋਂ ਹੈ। ਤੇ ਵਚਨ ਦੱਸਦਾ ਹੈ ਕਿ ਜਿਹੜਾ ਪਤੀ ਹੈ ਉਹ ਪਤਨੀ ਦੇ ਕੀ ਕਹਿ ਲਓ ਉਹਨੂੰ, ਆਪਾਂ ਪੜਾਂਗੇ ਵਚਨ ਵਿੱਚੋਂ ਦੇਖ ਲੈਂਦੇ ਹਾਂ। ਪਹਿਲਾ ਕਰੰਥੀਆਂ ਉਹਦੀ 11 ਦੀ 3 ਤੇ 7ਵੀਂ ਆਇਤ ਤੇ ਅਸੀਂ ਦੇਖ ਲੈਂਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਦੱਸਿਆ ਗਿਆ ਹੈ। 1 ਕਰੰਥੀਆਂ ਉਹਦਾ 11ਵਾਂ ਚੈਪਟਰ ਦੀ 3 ਅਤੇ 7ਵੀਂ ਆਇਤ ਦੇ ਵਿੱਚ ਲਿਖਿਆ ਹੈ, ਪਰ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਕਿ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ਰ ਹੈ। ਹਾਲੇਲੂਇਆ। 7ਵੀਂ ਆਇਤ ਦੇ ਵਿੱਚ, ਕਿਉਂ ਜੋ ਪੁਰਖ ਨੂੰ ਆਪਣਾ ਸਿਰ ਕੱਜਿਆ ਰੱਖਣਾ ਨਹੀਂ ਚਾਹੀਦਾ, ਇਸ ਲਈ ਜੋ ਉਹ ਪਰਮੇਸ਼ਰ ਦਾ ਸਰੂਪ ਅਤੇ ਪ੍ਰਤਾਪ ਹੈ, ਪਰੰਤੂ ਇਸਤਰੀ ਪੁਰਖ ਦਾ ਪ੍ਰਤਾਪ ਹੈ। ਐਲਡਰ ਸਾਹਿਬ ਇੱਕ ਹੋਰ ਆਇਤ ਪੜ੍ਹ ਦਿਓ, ਇਫਸੀਆਂ 5 ਦੀ 22 ਤੇ 23 ਦੇ ਵਿੱਚ ਇਹ ਅਸੀਂ ਵੇਖਦੇ ਹਾਂ ਕਿ ਕੀ ਪਤਨੀਆਂ ਲਈ ਪ੍ਰਭੂ ਦਾ ਵਚਨ ਜਿਹੜਾ ਹੈ ਉਹ ਕਿਵੇਂ ਬਿਆਨ ਕਰਦਾ ਹੈ। ਇਫਸੀਆਂ ਜਿਹੜਾ ਹੈ ਉਹਦੀ 5 ਦੀ 22 ਤੇ 23 ਦੇ ਵਿੱਚ ਉਹਦੇ ਵਿੱਚ ਲਿਖਿਆ ਹੈ, ਇਫਸੀਆਂ 5 22 ਦੀ 23 ਆਇਤ ਦੇ ਵਿੱਚ, ਹੈ ਪਤਨੀਓ ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ, ਕਿਉਂ ਜੋ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਵੀ ਕਲੀਸਿਆ ਦਾ ਸਿਰ ਹੈ, ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ। ਹਾਲੇਲੂਇਆ। ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣੇ ਤੇ ਉਹਦੀ ਕਿਰਪਾ ਇੰਜੀ ਠਹਿਰੀ ਰਹੇ। ਸੋ ਆਪਾਂ ਇਹ ਵੇਖਿਆ ਹੈ ਕਿ ਪਤੀ ਪਤਨੀ ਦਾ ਸਰ ਹੈ, ਔਰ ਪਤੀ ਦਾ ਸਰ ਮਸੀਹ ਹੈ, ਤੇ ਮਸੀਹ ਦਾ ਸਰ ਜਿਹੜਾ ਹੈ ਉਹ ਪਿਤਾ ਪਰਮੇਸ਼ਵਰ ਹੈ। ਸੋ ਇਹਦੇ ਵਿੱਚ ਫਿਰ ਅਸੀਂ ਵੇਖਦੇ ਹਾਂ ਕਿ ਕੋਈ ਐਵੇਂ ਇਹ ਸਰ ਜਿਹੜਾ ਹੁੰਦਾ ਨਾ, ਇਹ ਪ੍ਰਭੂ ਯਿਸੂ ਮਸੀਹ ਨੇ ਇੱਕ ਵਾਰੀ ਵੇਖਿਆ ਕਿ ਉਹਨਾਂ ਦੇ ਚੇਲੇ ਜਿਹੜੇ ਨੇ ਨਾ ਉਹ ਇਸੇ ਪੋਜੀਸ਼ਨ ਉੱਤੇ ਨਾ ਕਹਿੰਦੇ ਹਨ ਕਿ ਯਿਸੂ ਕਿ ਆਪਾਂ ਵੀ ਇਹਦੇ ਬਾਅਦ ਕੌਣ ਇਹ ਸੀਟ ਸੰਭਾਲੂਗਾ। ਤੇ ਪ੍ਰਭੂ ਯਿਸੂ ਨੇ ਕੀ ਕੀਤਾ, ਉਹ ਮਨਾਂ ਨੂੰ ਜਾਣਨ ਆਲੇ ਨੇ ਉਹਨਾਂ ਆਖਿਆ ਠਹਿਰ ਜਾਓ। ਉਹਨੇ ਉਹ ਚੋਗਲ ਜਿਹੜਾ ਹੈ ਉਹ ਲਾ ਕੇ ਤੇ ਲੱਕ ਦੇ ਨਾਲ ਤੌਲੀਆ ਬੰਨ੍ਹ ਕੇ ਤੇ ਉਹਨਾਂ ਦੇ ਪੈਰ ਧੋਣ ਲੱਗ ਪਿਆ। ਤੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਜਿਹੜਾ ਇਹ ਜਿਹੜਾ ਮੁਖੀਆ ਹੁੰਦਾ ਨਾ, ਉਹ ਇਹ ਨਹੀਂ ਹੁੰਦਾ ਕਿ ਰੋਪ ਝਾੜਨ ਵਾਲਾ, ਬਲਕਿ ਉਹ ਸਾਰਿਆਂ ਦਾ ਖਾਦਮ ਹੁੰਦਾ ਹੈ। ਸੋ ਇਹ ਗੱਲ ਜਿਹੜੀ ਹੈ ਇਹ ਮਤੀ 20 ਦੀ 25 ਤੋਂ 28 ਦੇ ਵਿੱਚ ਇਹ ਲਿਖਿਆ ਦਾ ਹੈਗਾ ਹੈ ਨਾ। ਤੇ ਇਹ ਜੋ ਕੁਝ ਅਸੀਂ ਹੁਣ ਬਿਆਨ ਕੀਤਾ ਹੈ, ਪੜ੍ਹ ਦਿਓ। ਜੀ ਸਰ, ਜੀ ਸਰ। ਮਤੀ ਦੀ ਅੰਜੀਲ ਉਹਦਾ 20ਵਾਂ ਚੈਪਟਰ ਉਹਦੀ 25 ਤੋਂ ਲੈ ਕੇ 28 ਆਇਤ ਦੇ ਵਿੱਚ ਲਿਖਿਆ ਹੈ, ਤਦ ਯਿਸੂ ਨੇ ਉਹਨਾਂ ਨੂੰ ਕੋਲ ਸੱਦ ਕੇ ਆਖਿਆ, ਤੁਸੀਂ ਜਾਣਦੇ ਹੋ ਜੋ ਪਰਾਈਆਂ ਕੌਮਾਂ ਦੇ ਸਰਦਾਰ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਵੱਡੇ ਹਨ ਉਹਨਾਂ ਉੱਤੇ ਧੌਂਸ ਜਮਾਉਂਦੇ ਹਨ। ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ, ਅਤੇ ਜੇ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।
ਜਿਵੇਂ ਮਨੁੱਖ ਦਾ ਪੁੱਤਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਹਾਲੇਲੂਇਆ। ਆਪਣੀ ਜਾਨ ਦੇਣ ਆਇਆ ਹੈ। ਹਾਲੇਲੂਇਆ। ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣੇ ਤੇ ਉਹਦੀ ਕਿਰਪਾ ਇੰਝ ਠਹਿਰੀ ਰਹੇ। ਦੇਖੋ ਜੀ, ਸਾਡਾ ਨਮੂਨਾ ਤੇ ਪ੍ਰਭੂ ਯਿਸੂ ਮਸੀਹ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਜਿਹੜਾ ਮੁਖੀਆ ਹੈ ਇਹ ਫੈਮਿਲੀ ਦੇ ਅੱਗੇ ਲੱਗਦਾ ਹੈ, ਯਾਨੀ ਮੋਹਰੇ ਲੱਗਦਾ ਹੈ। ਇਹ ਨਹੀਂ ਜੇ ਪਿੱਛੇ ਹੋ ਗਏ ਉਹਨਾਂ ਨੂੰ ਧਿੱਕੇ ਮਾਰਦਾ, ਜਿੰਜ ਆਪਣਾ ਡੰਗਰਾਂ ਵਛਿਆਂ ਨੂੰ ਨਹੀਂ ਉਹ ਚੁੱਕਾ ਜਾਂ ਮਾਰਦੇ ਰਹਿੰਦੇ। ਨਹੀਂ ਨਹੀਂ, ਇਹ ਜਿਹੜਾ ਹੈ ਇਹਨੂੰ ਪਤਾ ਹੁੰਦਾ ਹੈ ਕਿ ਭਾਈ ਫੈਮਿਲੀ ਨੂੰ ਇਹਦਾ ਕੀ ਕਹਿ ਲੋ ਕਿ ਇਹ ਜਿਹੜੀ ਦਰਸ਼ਨ ਹੈ ਜਾਂ ਫੈਮਿਲੀ ਨੂੰ ਕਿ ਕਿੰਜ ਮੈਂ ਅਗਾਂਹ ਨੂੰ ਚਲਾਉਣਾ ਹੈਗਾ। ਸੋ ਇਹ ਇੱਕ ਹੁੰਦਾ, ਇਹ ਨਹੀਂ ਜਿਵੇਂ ਪਿੱਛੇ ਹੋ ਜਾਏ ਤੇ ਫੈਮਿਲੀ ਨੂੰ ਅੱਗੇ ਲਾ ਲਵੇ। ਠੀਕ ਹੈ, ਸੋ ਇਹ ਅੱਗੇ ਚੱਲਦਾ ਹੈ ਤੇ ਬਾਕੀ ਖਾਨਦਾਨ ਪਰਿਵਾਰ ਇਹਦੇ ਪਿੱਛੇ ਚੱਲਦੇ ਨੇ। ਤੇ ਜਦੋਂ ਵੀ ਕੋਈ ਸਾਹਮਣਿਓਂ ਪਰਿਵਾਰ ਉੱਤੇ ਅਟੈਕ ਆਉਂਦੇ ਨੇ, ਇਹ ਉਹ ਮੁਖੀਆ ਜਿਹੜਾ ਹੈ ਉਹ ਅਟੈਕ ਨੂੰ ਖੁਦ ਸੰਭਾਲਦਾ ਹੈ ਤਾਂ ਜੇ ਪਿੱਛੇ ਉਹਦੀ ਧੀਮੀ ਹੈਗੀ ਹੈ ਜਾਂ ਕਹਿ ਲਓ ਪਤਨੀ ਹੈ ਤੇ ਬੱਚੇ ਨੇ, ਉਹਨਾਂ ਉੱਤੇ ਅਟੈਕ ਨਾ ਆਵੇ। ਇਹ ਬੰਦੇ ਦਾ ਮਕਾਮ ਜੇ ਇਹ ਵੇਖ ਲਓ। ਤੇ ਅਕਸਰ ਇਹ ਨਹੀਂ ਚਾਹੀਦਾ ਕਿ ਜਦੋਂ ਮੁਸ਼ਕਿਲ ਆਈ ਤੇ ਬੱਚਿਆਂ ਨੂੰ ਗਾਂਹ ਕਰ ਦਿਓ, ਧੀਮੀ ਨੂੰ ਗਾਂਹ ਨਾ ਨਾ ਨਾ। ਇਹ ਵਚਨ ਵੀ ਖੁਦਾ ਦੇ ਖਾਦਮ ਨੇ ਪੜ੍ਹਿਆ ਹੈ। ਸੋ ਇਸ ਲਈ ਕਿ ਉਹ ਜਦੋਂ ਅੱਗੇ ਲੱਗਦਾ ਨਾ, ਉਹਨੂੰ ਪਤਾ ਹੁੰਦਾ ਹੈ ਕਿ ਪਰਮੇਸ਼ਵਰ ਵੱਲੋਂ ਮੈਨੂੰ ਇਹ ਮੇਰੀ ਫੈਮਿਲੀ ਦੇ ਲਈ ਕਿੰਜ ਉਹਨਾਂ ਨੂੰ ਮੈਂ ਰੋਇਆ, ਕਿੰਜ ਉਹਨੂੰ ਮਿਲਦੀ ਹੈ। ਇਸ ਲਈ ਉਹ ਇੱਧਰ ਉੱਧਰ ਖੁਦ ਵੀ ਨਹੀਂ ਭਟਕਦਾ ਤੇ ਨਾ ਫੈਮਿਲੀ ਨੂੰ ਭਟਕਾਉਂਦਾ। ਤੇ ਆਓ ਹੁਣ ਅਕਸਰ ਸਾਡੀਆਂ ਭੈਣਾਂ, ਸਾਡੀ ਕੀ ਕਹਿ ਲਓ ਲੇਡੀਜ਼ ਜਿਹੜੀਆਂ ਨੇ, ਉਹ ਅਕਸਰ ਇਹ ਵੇਖਿਆ, ਉਹ ਕਹਿੰਦੇ ਨੇ ਜੀ ਕਿ ਸਾਰੇ ਹੀ ਅਸੂਲ ਸਾਡੇ ਲਈ ਜੇ ਹੈ, ਇਹ ਬੰਦਿਆਂ ਲਈ ਕੁਝ ਨਹੀਂ ਲਿਖਿਆ। ਚਲੋ ਵੇਖ ਲੈਂਦੇ ਆ ਭਈ ਬੰਦਿਆਂ ਨੂੰ, ਜਿਹੜੇ ਬੰਦੇ ਮੀਨਸ ਪਤੀ ਜਿਹੜੇ ਨੇ ਉਹ ਬਾਈਬਲ ਉਹਨਾਂ ਨੂੰ ਕੀ ਕਹਿੰਦੀ ਹੈ। ਸੋ ਹੁਣ ਪ੍ਰਭੂ ਦੇ ਵਚਨ ਦੇ ਮੁਤਾਬਿਕ ਜਿਹੜਾ ਹੈ ਇਹ ਤਿੰਨ ਚੀਜ਼ਾਂ ਜਿਹੜੀਆਂ ਜੇ ਨਾ ਇਹ ਪਤੀ ਉੱਤੇ ਆਉਂਦੀਆਂ ਹੀ ਆਉਂਦੀਆਂ ਨੇ। ਕਿਹੜੀਆਂ ਆਉਂਦੀਆਂ ਨੇ? ਐਲਡਰ ਸਾਹਿਬ ਜ਼ਰਾ ਪੜੋ ਤੇ ਸਹੀ, ਇਫਸੀਆਂ 5:25। ਆਫਸੀਆਂ 5:25 ਉਹਦੇ ਵਿੱਚ ਲਿਖਿਆ ਹੈ ਪਤਿਓ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ। ਹਾਲੇਲੂਇਆ। ਸੋ ਇੱਥੇ ਆਪਾਂ ਦੇਖ ਰਹੇ ਹਾਂ ਕੀ ਲਿਖਿਆ ਹੈ ਕਿ ਇਹ ਆਏ ਪਤਿਓ ਆਪਣੀ ਪਤਨੀਆਂ ਦੇ ਨਾਲ ਮੁਹੱਬਤ ਰੱਖੋ। ਉਹ ਬਈ ਬਜਾਏ ਉਹਨੂੰ ਮਾਰਨਾ ਕੁੱਟਣੇ ਦੀ ਬਜਾਏ ਉਹ ਵਚਨ ਤੇ ਪਤੀਆਂ ਨੂੰ ਕੁਝ ਹੋਰ ਦੱਸਣ ਦੇ ਆ। ਅਸੀਂ ਤਾਂ ਕੁੱਟਦੇ ਰਹਿੰਦੇ ਆ, ਹਨਾ? ਨਹੀਂ ਤੇ ਕੀ ਕਿਹਾ? ਉਹ ਜਿੰਜ ਮਸੀਹ ਨੇ ਕਲੀਸਿਆ ਦੇ ਨਾਲ ਪ੍ਰੇਮ ਕੀਤਾ, ਇੰਝ ਹੀ ਜ਼ਰੂਰੀ ਹੈ ਕਿ ਭਾਈ ਸਾਹਿਬ ਤੁਸੀਂ ਪਤੀ ਹੋ ਤੇ ਆਪਣੀ ਪਤਨੀ ਨਾਲ ਤੇ ਆਪਣੇ ਘਰਾਣੇ ਦੇ ਨਾਲ ਕੀ ਕਰੋ? ਪਿਆਰ ਕਰੋ ਤੇ ਉਹਦੇ ਨਾਲ ਮੁਹੱਬਤ ਰੱਖੋ। ਲੋ, ਇਹ ਮੁਹੱਬਤ ਜਿਹੜੀ ਜੇ ਨਾ ਇਹ ਅਨਕੰਡੀਸ਼ਨਲ ਹੁੰਦੀ ਜੇ। ਅਨਕੰਡੀਸ਼ਨਲ ਦਾ ਮਤਲਬ ਹੈ ਕਿ ਬਗੈਰ ਮਤਲਬ ਦੇ ਜਿਹੜਾ ਪਰਮੇਸ਼ਵਰ ਦਾ ਪਿਆਰ ਪਹਿਲਾ ਕਰੰਥੀਆਂ 13 ਦੇ ਵਿੱਚ ਹੈਗਾ ਨਾ, ਇਹੋ ਜੇ। ਇਹ ਨਹੀਂ ਜੇ ਭਾਈ ਉਹਨੇ ਮੇਰੇ ਨਾਲ ਉਹ ਸਹੀ ਨਹੀਂ ਗੱਲ ਕੀਤੀ ਤੇ ਜਨਾਬ ਮੈਂ ਵੀ ਉਹਨੂੰ ਐਂ ਜੀ ਮੂਡ ਦਿਖਾਵਾਂ ਜਾਂ ਨਾ ਨਾ ਨਾ। ਇਹ ਦੇਖੋ ਅਸੀਂ ਜਦੋਂ ਗੁਨਾਹਾਂ 'ਚ ਲੱਤ ਪੱਤ ਸਾਂ ਤੇ ਫਿਰ ਕੀ ਹੋਇਆ? ਉਹ ਪ੍ਰਭੂ ਯਿਸੂ ਮਸੀਹ ਨੇ ਉਦੋਂ ਸਾਨੂੰ ਗਲੇ ਨਾਲ ਲਾ ਲਿਆ। ਉਹਦਾ ਪਿਆਰ ਵੇਖੋ। ਸੋ ਉਹ ਇਹ ਗੱਲ ਹੈ ਕਿ ਇਹ ਨਹੀਂ ਜੇ ਬਗੈਰ ਮਤਲਬ ਤੋਂ ਪਿਆਰ ਹੁੰਦਾ ਹੈ ਜੀ। ਇਹ ਨਹੀਂ ਜੇ ਉਹ ਕਰੇਗੀ ਤੇ ਮੈਂ ਕਰਾਂਗਾ, ਉਹ ਐਦਾਂ ਹੋਏਗਾ। ਨਹੀਂ ਨਹੀਂ ਨਹੀਂ, ਇੱਥੇ ਆਣ ਕੇ ਆਪਾਂ ਕੀ ਗੱਲ ਕੀਤੀ ਸੀ ਕਿ ਮੈਂ ਕੱਢ ਦੇਣੀ ਹੈ। ਮੈਂ ਬੱਕਰੀਆਂ ਕਰਦੀਆਂ ਜੇ ਤੇ ਛੁਰੀ ਵੀ ਬੱਕਰੀਆਂ ਉੱਤੇ ਚੱਲਦੀ ਹੈ। ਮੈਂ ਤੋਂ ਅਸੀਂ ਜਦੋਂ ਹੋ ਜਾਂਦੇ ਆ ਤੇ ਗੱਲ ਸੁਣੋ, ਫਿਰ ਅਸੀਂ ਇਹ ਨਹੀਂ ਵਹਿੰਦੇ ਕਿਹਦੀ ਗਲਤੀ ਏ, ਘਰਾਣੇ ਵਿੱਚ ਕਿਹਦੀ ਏ, ਬਲਕਿ ਉਹ ਅੱਗੇ ਹੁੰਦਾ ਹੈ। ਇਹ ਸਾਰੇ ਵਜ਼ਨ ਉਹ ਚੁੱਕਦਾ ਹੈ ਤਾਂ ਕਿ ਉਹਦੇ ਪੂਰਾ ਪਰਿਵਾਰ ਜਾਂ ਘਰਾਣਾ ਜਿਹੜਾ ਉਹ ਉਹਦੇ ਲਈ। ਤੇ ਦੂਸਰੀ ਚੀਜ਼ ਜਿਹੜੀ ਏ ਉਹ ਪਹਿਲਾਂ ਤੇ ਉਹਦੇ ਨਾਲ ਪ੍ਰੇਮ ਕਰੇ। ਲਓ, ਇਹ ਤੇ ਬੜਾ ਯਾਰ ਇਹ ਕੰਮ ਮੁਸ਼ਕਲ ਹੀ ਹੈ ਸਾਡੇ ਸਮਾਜ 'ਚ। ਅਸੀਂ ਤੇ ਹੋਰੇ ਅਸੀਂ ਕੀ ਕਰਦੇ ਰਹਿੰਦੇ ਆ
ਦੂਜਾ ਕਹਿੰਦਾ ਉਹ ਆਪਣੀ ਪਤਨੀਆਂ ਲਈ ਆਪਣੀ ਜਾਨ ਦੇਵੇ। ਲਓ ਜੀ ਓਏ ਅਸੀਂ ਤੇ ਜਾਨ ਕੱਢਣ ਨੂੰ ਫਿਰ ਰਹੇ ਆ। ਉਹ ਕਹਿੰਦਾ ਨਹੀਂ, ਜਿੰਜ ਯਿਸੂ ਮਸੀਹ ਨੇ ਕਲੀਸਿਆ ਲਈ ਆਪਣੀ ਜਾਨ ਦਿੱਤੀ, ਉਹ ਪਤਿਓ ਆਪਣੀ ਤੀਵੀਆਂ ਤੇ ਆਪਣੇ ਉਹਦੇ ਲਈ ਵੀ ਜਾਨ ਦਿਓ। ਜਾਨ ਲੈਣ ਲਈ ਇਹ ਕੰਮ ਕੋਈ ਫਾਰਮੂਲਾ ਪੁੱਠਾ ਹੀ ਹੈ। ਬਹਰਹਾਲ ਅਸਾਂ ਇਹ ਨਹੀਂ ਕਹਿੰਦੇ ਕਿ ਬਾਈਬਲ ਕੀ ਕਹਿ ਰਹੀ ਹੈ, ਸਮਾਜ ਕੀ ਕਹਿ ਰਿਹਾ ਹੈ, ਆ ਪਾਦਰੀ ਸਾਹਿਬ ਕੀ ਕਹਿ ਰਹੇ ਨੇ, ਇਹ ਬਿਸ਼ਪ ਸਾਹਿਬ ਕੀ ਕਹਿ ਰਹੇ ਨੇ, ਪੋਪ ਸਾਹਿਬ ਕੀ ਕਹਿ ਰਹੇ ਨੇ। ਉਹ ਫਰਕ ਇਹ ਪੈਂਦਾ ਹੈ ਕਿ ਬਾਈਬਲ ਦਾ ਤ੍ਰਿਏਕ ਪਰਮੇਸ਼ਵਰ ਜਿਹੜਾ ਹੈ ਉਹ ਕੀ ਕਹਿ ਰਿਹਾ ਹੈ। ਸੋ ਪਹਿਲੀ ਚੀਜ਼ ਜੀ ਕੀ ਕਰਨਾ ਹੈ? ਪ੍ਰੇਮ ਕਰਨਾ ਹੈ। ਕਿਉਂ ਕਰਨਾ ਹੈ? ਪ੍ਰਭੂ ਯਿਸੂ ਮਸੀਹ ਨੇ ਜਿੰਜ ਕਲੀਸਿਆ ਨਾਲ ਕੀਤਾ। ਦੂਜਾ ਜਾਨ ਵੀ ਦੇਣੀ ਹੈ। ਉਹ ਚੂਰੀ ਖਾਣ ਵਾਲਾ ਮਜਨੂ ਨਹੀਂ ਬਣਨਾ, ਜਿੰਜ ਪ੍ਰਭੂ ਯਿਸੂ ਨੇ ਕਲੀਸਿਆ ਲਈ ਜਾਨ ਦਿੱਤੀ। ਤੀਸਰੀ ਚੀਜ਼ ਉਹ ਕਹਿੰਦਾ ਹੈ, ਐਡਰ ਸਾਹਿਬ ਪੜ੍ਹੋਗੇ ਪਹਿਲਾ ਪਤਰਸ 3:7 ਦੇ ਵਿੱਚ ਕਿ ਅਸੀਂ ਪਤਨੀ ਨੂੰ ਇੰਜ ਸਮਝੋ ਜਿੰਜ ਕ੍ਰਿਸਟਲ ਦਾ ਕੋਈ ਪੀਸ ਹੁੰਦਾ ਨਾ, ਹਾਏ ਹਾਏ ਜ਼ਰਾ ਹੱਥ ਲਾਇਆ ਤੇ ਕਿਧਰੇ ਟੁੱਟ ਨਾ ਜਾਏ, ਉਹਦੀ ਵਜ੍ਹਾ ਜੇ। ਤੇ ਇਹ ਦੋਵਾਂ ਲਈ ਜੇ, ਪਤੀ ਪਤਨੀਆਂ ਲਈ, ਜੇ ਉਹ ਆਪਸ ਵਿੱਚ ਨਹੀਂ ਇੱਕ ਦੂਜੇ ਨਾਲ ਨਾਰਾਜ਼ ਹੀ ਰਹਿਣਗੇ ਨਾ ਤੇ ਦੁਆ ਹੀ ਨਹੀਂ ਸੁਣੀ ਜਾਣੀ। ਪੜ੍ਹ ਦਿਓ ਜੀ ਆਗਰ ਸਾਹਿਬ। 1 ਪਤਰਸ 3 ਚੈਪਟਰ ਦੀ 7 ਆਇਤ ਦੇ ਵਿੱਚ ਲਿਖਿਆ ਹੈ, ਇਸੇ ਤਰ੍ਹਾਂ ਹੈ ਪਤਿਓ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵਸੋ ਅਤੇ ਇਸਤਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਵੀ ਕਿ ਤੁਸੀਂ ਦੋਵੇਂ ਜੀਵਨ ਦੀ ਬਖਸ਼ੀਸ਼ ਦੇ ਸਾਂਝੇ ਅਧਿਕਾਰੀ ਹੋ। ਉਹਦਾ ਆਦਰ ਕਰੋ। ਕਿਹਦਾ? ਉਹਦਾ, ਪਤਨੀ ਦਾ ਆਦਰ ਕਰੋ ਓਏ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਲੋ ਜੀ। ਐਲਡਰ ਸਾਹਿਬ ਤੇ ਅਸੀਂ ਨਹੀਂ ਜੇ ਕਹਿੰਦੇ ਪਏ, ਉਹ ਕਹਿ ਰਹੇ ਨੇ ਪਤੀ ਜੀ ਆਦਰ ਵੀ ਤੂੰ ਕਰਨਾ ਹੈ। ਸੋ ਹੁਣ ਇਸ ਆਇਤ ਦੇ ਵਿੱਚ ਜਿਹੜੀਆਂ ਵਚਨ ਨਹੀਂ ਪੜਨ ਦੇ ਆ ਨਾ ਜੀ, ਤੇ ਇਹਦੇ ਵਿੱਚ 2 ਵਾਰਨਿੰਗਾਂ ਦੇ ਦਿੱਤੀਆਂ ਨਾ ਦੋਵਾਂ ਨੂੰ ਕਿ ਤੁਹਾਡੀ ਪ੍ਰਾਰਥਨਾਵਾਂ ਰੁਕ ਜਾਣੀਆਂ। ਸੋ ਇਹ ਜਿਹੜਾ ਹੁੰਦਾ ਨਾ ਪਤੀ, ਇਹ ਇੱਕ ਖਾਨਦਾਨ ਦੀ ਉੜਨੀ ਹੁੰਦੀ ਹੈ ਜਾਂ ਉਹਨੂੰ ਕੀ ਕਹਿ ਲੋ ਕਵਰਿੰਗ ਹੁੰਦੀ ਹੈ। ਉਹ ਢੱਕ ਲੈਂਦਾ ਹੈ ਜਿਸ ਤਰ੍ਹਾਂ ਉਹ ਆਪਣੀ ਬੀਵੀ ਬੱਚਿਆਂ ਨੂੰ ਢੱਕ ਲੈਂਦਾ ਹੈ। ਤੇ ਇਹ ਇੱਕ ਵਜ੍ਹਾ ਹੈਗੀ ਹੈ ਵਿਵਸਥਾ ਸਾਰ, ਇਸਤਿਸਨਾ, ਡਿਟਰੋਨਮੀ, ਵਿਵਸਥਾ ਸਾਰ 33:12 ਐਲਡਰ ਸਾਹਿਬ ਦੀ ਪੜ੍ਹ ਦਿਓ। ਵਿਵਸਥਾ ਸਾਰ ਉਹਦੀ 33 ਚੈਪਟਰ ਦੀ 12 ਆਇਤ ਦੇ ਵਿੱਚ ਲਿਖਿਆ ਹੈ, ਬਿਨਯਾਮੀਨ ਲਈ ਉਸ ਆਖਿਆ, ਯਹੋਵਾ ਦਾ ਪ੍ਰੇਮੀ ਉਸਦੇ ਕੋਲ ਸ਼ਾਂਤੀ ਨਾਲ ਵਸੇਗਾ, ਉਹ ਸਾਰਾ ਦਿਨ ਉਸ ਨੂੰ ਕੱਚ ਛੱਡੇਗਾ ਅਤੇ ਉਸਦੇ ਘਨੇੜੇ ਉੱਤੇ ਉਹ ਵਸਦਾ ਰਹੇਗਾ। ਹਾਲੇਲੂਇਆ। ਇਹ ਦੇਖੋ ਜੀ, ਇਹ ਵਚਨ ਦੀਆਂ ਹੀ ਗੱਲਾਂ ਜੇ। ਇਹ ਹੁਣ ਜੇ ਅਸੀਂ ਇਹ ਸੁਣਨੇ ਆ ਤੇ ਜਿਹੜੀਆਂ ਸਾਡੇ ਦਿਮਾਗਾਂ 'ਚ ਹੈ ਨਾ, ਯਾਰ ਇਦਾਂ ਤੇ ਨਹੀਂ ਸੀ, ਅਸੀਂ ਤੇ ਆਪਣੇ ਸਮਾਜ 'ਚ ਤਾਂ ਗੱਲ ਹੀ ਕੋਈ ਨਹੀਂ ਹੈ। ਪਰ ਜੇ ਮਸੀਹੀ ਹੋ ਤੇ ਫਿਰ ਅਸਾਂ ਬਾਈਬਲ ਦੇ ਮੁਤਾਬਿਕ ਹੀ ਭਾਈ ਜੀ ਚੱਲਣਾ ਹੈ। ਪਹਿਲੇ ਤੇ ਮੈਨੂੰ ਸੋਚਣਾ ਹੈ ਨਾ, ਮੈਂ ਵੀ ਬੜੀਆਂ ਬੜਕਾ ਮਾਰਨਾ ਨਹੀਂ, ਇਹ ਕੰਮ ਅਸਾਂ ਕਰਨੇ ਨੇ। ਅੱਛਾ, ਫਿਰ ਆਦਰ ਵੀ ਕਰਨਾ ਹੈ, ਉਹ ਪ੍ਰੇਮ ਕਰਨਾ ਹੈ, ਜਾਨ ਵੀ ਉਹਦੇ ਲਈ ਦੇਣੀ ਹੈ, ਤੇ ਫਿਰ ਆਦਰ ਵੀ ਉਹਦਾ ਕਰਨਾ ਹੈ। ਸੋ ਅਸਲ ਵਿੱਚ ਇਹ ਜਿਹੜਾ ਨਾ ਪਰਮੇਸ਼ਵਰ ਨੇ ਪਤਨੀ ਦੀ ਜ਼ਿੰਮੇਵਾਰੀ ਇਹ ਵੀ ਲਾਈ ਹੈ ਕਿ ਤੂੰ ਇਹਦੀ ਹਿਫਾਜ਼ਤ ਵੀ ਕਰਨੀ ਹੈ ਨਾ, ਹਿਫਾਜ਼ਤ ਕਰਨੀ ਹੈ। ਯਾਨੀ ਕਿ ਇਹਨੂੰ ਕੋਈ ਕਿਸੇ ਕਿਸਮ ਦਾ ਦੁੱਖ ਨਾ ਪਹੁੰਚਾਇਓ ਹੈ। ਪ੍ਰਭੂ ਯਿਸੂ ਮਸੀਹ ਮਰੀਮ ਵਿੱਚੋਂ ਆਇਆ ਸੀਗਾ ਤੇ ਇਹ ਥੋੜੀ ਜਿਹੀ ਸਾਨੂੰ ਸੋਚਾਂ ਬਦਲਣੀਆਂ ਨੇ। ਜੇ ਤੇ ਅਸਾਂ ਇਹ ਫੈਮਿਲੀ ਨੂੰ ਬਚਾਉਣਾ ਹੈ ਤੇ ਆਪਣੀਆਂ ਨਸਲਾਂ ਨੂੰ ਬਚਾਉਣਾ ਹੈ ਤੇ ਪ੍ਰਭੂ ਦੇ ਵਚਨ ਉੱਤੇ ਚੱਲਣਾ ਹੈ ਤੇ ਭਾਈ ਜੀ ਇਹ ਕਰਨਾ ਹੀ ਪੈਣਾ ਜੀ ਹੈ। ਮੈਂ ਆਪਾਂ ਦੇਖਿਆ ਸੀ ਕਿ ਕੰਮ ਤੇ ਔਖਾ ਹੈ ਲੇਕਿਨ ਹੋ ਸਕਦਾ ਹੈਗਾ। ਸੋ ਇਹ ਸ਼ੈਤਾਨ ਨੂੰ ਮੌਕਾ ਅਸੀਂ ਦੇ ਦਿੰਦੇ ਹਾਂ। ਦੇਖੋ ਜੀ, ਰੂਤ ਇੱਕ ਕਿਤਾਬ ਹੈਗੀ ਹੈ ਨਾ ਜੀ, 2:12 ਦੇ ਵਿੱਚ, ਇਹ ਵੀ ਇੱਕ ਇਹਦੇ ਤਲਕ ਨਾਲ ਆਪਾਂ ਪੜ੍ਹ ਹੀ ਦਿਆਂਗੇ ਜੀ। ਰੂਤ ਉਹਦਾ 2 ਚੈਪਟਰ ਦੀ 12 ਆਇਤ ਦੇ ਵਿੱਚ ਲਿਖਿਆ ਹੈ, ਯਹੋਵਾ ਤੇਰੇ ਕੰਮ ਦਾ ਵੱਟਾ ਦੇਵੇ, ਸਗੋਂ ਯਹੋਵਾ ਇਜ਼ਰਾਈਲ ਦੇ ਪਰਮੇਸ਼ਰ ਵੱਲੋਂ ਜਿਹਦੇ ਖੰਭਾਂ ਹੇਠ ਪ੍ਰਤੀਤ ਕਰਕੇ ਤੂੰ ਆਈ ਹੈ, ਤੈਨੂੰ ਪੂਰਾ ਵੱਟਾ ਦਿੱਤਾ ਜਾਵੇ। ਹਾਲੇਲੂਇਆ। ਇਹ ਜੇ ਤੇ ਜਦੋਂ ਜਿਹੜਾ ਪਤੀ ਹੈ ਉਹ ਘਰਾਣੇ ਦੇ ਵਿੱਚ ਮੁਖੀਆ ਹੋਣ ਦਾ ਸਬੂਤ ਦਿੰਦਾ ਹੈ ਤੇ ਦਰਅਸਲ ਉਹ
ਪ੍ਰਭੂ ਯਿਸੂ ਮਸੀਹ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਹੁੰਦਾ ਹੈ। ਦੇਖੋ ਜੀ, ਪ੍ਰਭੂ ਯਿਸੂ ਨੇ ਵੇਖ ਲਓ ਉਹ ਕੀ ਉਹਨੇ ਸਾਡੇ ਲਈ ਨਹੀਂ ਬਰਦਾਸ਼ਤ ਕੀਤਾ, ਤੇ ਨਮੂਨਾ ਤੇ ਉਹ ਹੀ ਹੈ। ਸੋ ਇਹ ਜਦੋਂ ਅਸੀਂ ਘਰਾਣਿਆਂ ਦੇ ਵਿੱਚ ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਜੀ ਇਹ ਮਨੁੱਖ ਜਿਹੜਾ ਹੈ ਜਾਂ ਪਤੀ ਜਿਹੜਾ ਹੈ ਉਹ ਹੈਡ ਹੈ ਤੇ ਸਰਬਰਾਹ ਹੈ, ਤੇ ਇਹ ਜਿਹੜਾ ਹੈ ਇਹ ਉਂਝ ਹੀ ਹੋਣਾ ਚਾਹੀਦਾ ਹੈ ਜਿੰਜ ਪ੍ਰਭੂ ਯਿਸੂ ਮਸੀਹ ਜਿਹੜਾ ਗੋਡ ਹੈਗਾ, ਜਦੋਂ ਉਹ ਸਾਡੇ ਤੇ ਦੁਨੀਆ ਦੇ ਪਾਪਾਂ ਦੇ ਲਈ ਆਇਆ ਤੇ ਫਿਲਿੱਪੀਆਂ 2 ਦੀ ਐਲਡਰ ਸਾਹਿਬ ਪੜ੍ਹ ਦਿਓ, ਉਹਨੇ ਵੀ ਖਾਲੀ ਕਰ ਦਿੱਤਾ, ਯਾਨੀ ਕਿ ਸਭ ਕੁਝ ਖਾਲੀ ਕਰ ਦਿੱਤਾ ਉਹ ਪਰਮੇਸ਼ਵਰ। ਹਾਲੇਲੂਇਆ। ਫਿਲਿੱਪੀਆਂ 2 ਚੈਪਟਰ ਦੀ 7 ਆਇਤ ਦੇ ਵਿੱਚ ਲਿਖਿਆ ਹੈ, ਸਗੋਂ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। ਹਾਲੇਲੂਇਆ। ਜਿਹੜੀ ਆਪਾਂ ਪੇ ਗੱਲ ਕਰਦੇ ਸਾਂ ਕਿ ਯਹੋਨਾ 13 ਦੀ 4 ਤੇ 5 ਐਲਡਰ ਸਾਹਿਬ ਪੜ੍ਹਦੇ ਹੋਏ ਜਿਹੜੀ ਭਈ ਜਿਹੜਾ ਸਰਬਰਾਹ ਹੈ ਨਾ, ਇਹ ਨਮੂਨਾ ਪ੍ਰਭੂ ਯਿਸੂ ਨੇ ਦਿੱਤਾ ਹੈ ਭਈ ਜਿਹੜਾ ਲੀਡਰ ਹੈ ਤੇ ਉਹਦਾ ਕੀ ਸੁਭਾਅ ਹੋਣਾ ਚਾਹੀਦਾ ਹੈ। ਠੀਕ ਹੈ, ਸੰਤ ਯਹੋਨਾ 13 ਦੀ 4 ਤੇ 5 ਵੀ ਪੜ੍ਹ ਦਾਂਗੇ। ਯੋਹੰਨਾ ਦੀ ਅੰਜੀਲ ਉਹਦਾ 13ਵਾਂ ਚੈਪਟਰ ਉਹਦੀ 4 ਅਤੇ 5 ਆਇਤ ਦੇ ਵਿੱਚ ਲਿਖਿਆ ਹੈ, ਖਾਣੇ ਤੋਂ ਉੱਠਿਆ ਅਤੇ ਆਪਣੇ ਵਸਤਰ ਲਾ ਛੱਡੇ। ਹਾਲੇਲੂਇਆ ਹਾਲੇਲੂਇਆ। ਅਤੇ ਪਰਨਾ ਲੈ ਕੇ ਆਪਣਾ ਲੱਕ ਬੰਨਿਆ, ਫਿਰ ਬਾਟੀ ਵਿੱਚ ਜਲ ਪਾ ਕੇ ਉਹ ਚੇਲਿਆਂ ਦੇ ਪੈਰ ਧੋਣ ਲੱਗਾ ਅਤੇ ਉਸ ਪਰਨੇ ਨਾਲ ਜਿਹੜਾ ਬੁੱਧਾ ਹੋਇਆ ਸੀ ਪੂੰਝਣ ਲੱਗਾ। ਹਾਲੇਲੂਇਆ। ਜੇ ਅਸੀਂ ਫਲਸਤੀਨ ਜਾਂ ਇਸਰਾਈਲ ਦਾ ਰੀਤੀ ਰਿਵਾਜ ਵੇਖੀਏ ਨਾ, ਜਿਹੜਾ ਸਾਰਿਆਂ ਨਾਲੋਂ ਕਮੀ ਹੁੰਦਾ ਸੀ, ਮਤਲਬ ਇਹ ਕਿ ਜਿਹੜਾ ਨੌਕਰਾਂ ਵਿੱਚੋਂ ਸਾਰਿਆਂ ਨਾਲੋਂ ਥੱਲੇ ਹੁੰਦਾ ਸੀ, ਉਹ ਲੋਕਾਂ ਦੇ ਪੈਰ ਧੋਂਦਾ ਸੀ। ਕੀ ਨਮੂਨਾ ਯਿਸੂ ਮਸੀਹ ਨੇ ਸਾਨੂੰ, ਪ੍ਰਭੂ ਯਿਸੂ ਮਸੀਹ ਨੇ ਦਿੱਤਾ ਹੈ। ਤੇ ਇਹ ਜਿਹੜਾ ਕਹਿ ਲਓ ਕਿ ਪਤੀ ਹੈ, ਉਹਨੂੰ ਰੱਬ ਨੇ ordain ਕੀਤਾ ਹੈ, ਯਾਨੀ ਉਹਨੂੰ ਬਰਕਤ ਦਿੱਤੀ ਹੈ ਕਿ ਤੂੰ ਜਿਹੜਾ ਹੈ ਆਪਣੇ ਘਰਾਣੇ ਦਾ ਕੀ ਕਹ ਲਓ ਪ੍ਰੀਸਟ ਹੈ, ਕਾਹਨ ਨੇ, ਪੁਰੋਹਿਤ ਹੈ, ਤੇ ਇਹ ਉਹਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਔਲਾਦ ਨੂੰ ਬਾਈਬਲ ਦੇ ਜਿਹੜਾ ਗੋਡ ਹੈਗਾ, ਪਿਤਾ ਪੁੱਤਰ ਪਵਿੱਤਰ ਆਤਮਾ ਦੇ ਮੁਤਲਕ ਸਿੱਖਿਆ ਵੀ ਦੇਵੇ। ਤੇ ਦੋਏ ਜਿਹੜੇ ਨੇ ਇਹਨਾਂ ਦੀ ਬਾਈਬਲ ਦੀ ਡਿਊਟੀ ਹੈ। ਇਹ ਨਹੀਂ ਜੇ ਕਿ ਪਤੀ ਕਹੇ ਜੀ ਮੈਂ ਤੇ ਕੰਮ ਕਰਨਾ, ਇਹ ਤੂੰ ਹੀ ਸਾਂਭ ਬੱਚਿਆਂ ਨੂੰ, ਤੂੰ ਹੀ ਦੇਖ, ਮੈਂ ਤੇ ਬੜਾ ਥੱਕਿਆ ਹੁੰਨਾ। ਨਾ ਨਾ ਨਾ, ਇਹ ਦੋਵਾਂ ਦੀ ਡਿਊਟੀ ਹੈ ਕਿ ਉਹ ਰਲ ਕੇ ਇਹ ਪ੍ਰਭੂ ਦਾ ਵਚਨ ਜਿਹੜਾ ਹੈ ਉਹਨਾਂ ਨੂੰ ਬੱਚਿਆਂ ਨੂੰ ਸਿਖਾਉਣ। ਠੀਕ ਹੈ, ਇਹ ਇੱਕ ਹਫ਼ਤਾ 1 ਦੀ 8 ਵਿੱਚ ਵੀ ਹੈਗਾ, ਪੜ੍ਹੀ ਦਿਓ ਜੀ ਐਲਡਰ ਸਾਹਿਬ ਹੈ। ਹਾਲੇਲੂਇਆ। ਇਹ ਦੋਵਾਂ ਦਾ ਕੰਮ ਹੈ ਜੀ, ਦੋਵਾਂ ਦਾ ਕੰਮ ਹੈ। ਪਿਛਲੀ ਸਟੱਡੀ 'ਚ ਅਸਾਂ ਤਮੋਥੀਅਸ ਦੀ ਮਿਸਾਲ ਦਿੱਤੀ ਸੀ ਨਾ ਕਿ ਉਹਦਾ ਪਿਓ ਗ੍ਰੀਕ ਸੀਗਾ, ਲੇਕਿਨ ਇਹ ਦੋਵਾਂ ਦਾ ਕੰਮ ਹੈ। ਇਹ ਨਹੀਂ ਜੇ ਭਈ ਪਤੀ ਕਹੇ ਜੀ ਮੈਂ ਤੇ ਵੇਲੇ ਹੀ ਨਹੀਂ, ਦੋਵਾਂ ਦਾ ਜੀ। ਕਹਾਵਤਾਂ 1 ਚੈਪਟਰ ਉਹਦੀ 8 ਆਇਤ ਦੇ ਵਿੱਚ ਲਿਖਿਆ ਹੈ ਮੇਰੇ ਪੁੱਤਰ ਤੂੰ ਆਪਣੇ ਪਿਓ ਦਾ ਉਪਦੇਸ਼ ਸੁਣ ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ। ਹਾਲੇਲੂਇਆ। ਇਹ ਜਿਹੜਾ ਨਾ ਪਤੀ ਇਹ ਸਿਫਾਰਿਸ਼ ਕਰਨੇ ਵਾਲਾ ਹੈ ਆਪਣੀ ਪਤਨੀ ਤੇ ਬੱਚਿਆਂ ਦੇ ਲਈ ਕਿ ਪ੍ਰਭੂ ਜੀ ਇਹਨਾਂ ਨੂੰ ਸਾਂਭ ਕੇ ਰੱਖੋ। ਇਹ ਰੋਜ਼ਾਨਾ ਦੁਆ ਦੇ ਵਿੱਚ ਜਿਹੜਾ ਹੈ ਉਹ ਗੋਡੇ ਪੰਦਾ ਅੱਗੇ ਲੱਗ ਕੇ ਤੇ ਪੂਰੀ ਫੈਮਿਲੀ ਨੂੰ ਇਕੱਠਾ ਕਰਦਾ ਹੈ ਤਾਂ ਕਿ ਰਲ ਕੇ ਦੁਆ ਕਰੀਏ। ਅਸਲ ਵਿੱਚ ਜਿਉਂ ਅਸੀਂ ਵੱਡੇ ਹੁੰਦੇ ਆ ਨਾ ਹੈ, ਇਹ ਇੱਕ ਗੱਲ ਹੈ ਕਿ ਬੱਚਿਆਂ ਦੀ ਦੁਆ ਛੇਤੀ ਸੁਣੀ ਜਾਂਦੀ, ਇਸ ਲਈ ਫੈਮਿਲੀ ਦੇ ਵਿੱਚ ਉਹਨਾਂ ਨੂੰ ਵੀ ਰੱਖਣਾ ਚਾਹੀਦਾ। ਉਹ ਬੜੇ ਸਿੱਧੇ ਹੁੰਦੇ ਨੇ ਤੇ ਅਸੀਂ ਜਾਂ ਵੱਡੇ ਹੋ ਜਾਂਦੇ, ਅਸੀਂ ਵੀ ਸਿੱਧੇ ਹੋ ਜਾਂਦੇ ਹਾਂ, ਜਲੇਬੀ ਵਾਲੀ ਗੱਲ ਹੈ ਨਾ। ਤੇ ਇਸ ਲਈ ਇਹ ਵੇ ਕਿ ਇਹ ਸਾਰਾ ਕੁਛ ਵਚਨ ਵਿੱਚ ਹੀ ਹੈ ਤੇ ਇਹ ਵੇ ਕਿ ਜਗਵੇਤੀ ਜਿਹੜੀ ਹੈ ਉਹਦੇ 'ਚ ਹੁਣ ਇਹਦੇ ਵਿੱਚ ਚੱਲਣਾ ਚਾਹੀਦਾ। ਆਓ ਹੁਣ ਇਹ ਤੇ ਵੇਖੀਏ ਕਿ ਜਿਹੜੀ ਇਹ ਪਤਨੀ ਦਾ ਮਕਾਮ ਕੀ ਹੋਣਾ ਚਾਹੀਦਾ ਘਰਾਣੇ ਦੇ ਵਿੱਚ। ਤੇ ਵਚਨ ਦੇ ਮੁਤਾਬਿਕ ਜਿਹੜੀ ਨੇਕ ਪਤਨੀ ਹੈ ਉਹ ਆਪਣੇ ਪਤੀ ਦੇ ਲਈ ਇੱਕ ਤਾਜ ਹੈਗੀ ਹੈ ਮੁਖਟ ਹੈ। ਤੇ ਲੇਕਿਨ ਜਿਹੜੀ ਝਗੜਾਲੂ ਹੈ
ਜਿਹੜੀ ਐਵੇਂ ਸਿਰ ਬੰਨ ਲੈਂਦੀ ਏ, ਬਹਾਨੇ ਮਾਰਦੀ ਏ, ਉਹ ਹੱਡੀਆਂ ਦੇ ਲਈ ਨਾ। ਇਹ ਐਲਡਰ ਸਾਹਿਬ ਇੱਕ ਵਰਸ ਤੇ ਪੜੋ ਤੁਸੀਂ, ਕਹਾਵਤਾਂ 12 ਦੀ 4 ਤੇ ਪੜ੍ਹਦੇ ਹੋ ਜੀ। ਹਾਲੇ ਕਹਾਵਤਾਂ 12 ਚੈਪਟਰ ਦੀ 4 ਆਇਤ ਦੇ ਵਿੱਚ ਲਿਖਿਆ ਹੈ, ਪਤਵੰਤੀ ਤੀਵੀਂ ਆਪਣੇ ਪਤੀ ਦਾ ਮੁਕਟ ਹੈ, ਪਰ ਖੱਜਲ ਕਰਨ ਵਾਲੀਆਂ ਉਹਦੀਆਂ ਹੱਡੀਆਂ ਦਾ ਸਾੜਾ ਹੈ। ਹਾਲੇਲੂਇਆ। ਸੋ ਇਹ ਦੋਵਾਂ ਲਈ ਜੇ, ਤੇ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਜਿਹੜੀ ਪਤਨੀ ਹੈ, ਇਹ ਜਿਹੜੀ ਹੈ ਨਾ ਆਪਣਾ ਕਹਾਵਤਾਂ ਦੇ ਵਿੱਚ ਅਸੀਂ ਜਿਹੜਾ ਹੈ ਨਾ 31 ਚੈਪਟਰ ਇਹ ਪੂਰਾ ਹੀ ਪੜ੍ਹਨਾ ਚਾਹੀਦਾ। ਹੁਣ ਇੰਨਾ ਟਾਈਮ ਨਹੀਂ ਕਿ ਬਈ ਅਸੀਂ ਇਹ ਪੜ੍ਹੀਏ। ਭਈ ਉਹ ਪਰਿਵਾਰ ਦਾ ਧਿਆਨ ਰੱਖਦੀ ਏ, ਉਹ ਆਪਣੇ ਪਤੀ ਦੀ ਇੱਜ਼ਤ ਕਰਦੀ ਏ, ਤੇ ਪਤੀ ਉਹਦੀ ਇੱਜ਼ਤ ਕਰਦਾ ਹੈ। ਤੇ ਉੱਥੇ ਬਹੁਤ ਜਗ੍ਹਾ ਲਿਖਿਆ ਹੈ ਕਿ ਬੱਚੇ ਜਿਹੜੇ ਨੇ ਨਾ ਉਹ ਮਾਂ ਦੀ ਇੱਜ਼ਤ ਇਸ ਲਈ ਕਰਦੇ ਨੇ ਕਿ ਪਿਓ ਨੂੰ ਕਹਿੰਦੇ ਨੇ ਕਿ ਪਿਓ ਵੀ ਇਹਦੀ ਇੱਜ਼ਤ ਕਰਨ ਡਿਆ। ਤੇ ਇਹ ਬਹੁਤ ਹੀ ਵੱਡੀ ਗੱਲ ਏ। ਇੱਕ ਫਰਾਂਸੀਸੀ ਜਿਹੜਾ ਜਰਨੈਲ ਸੀ ਨਪੋਲੀਅਨ ਬੋਨਾਪਾਰਟ ਹੈ, ਉਹ ਕਹਿੰਦਾ ਹੈ ਜੇ ਮੈਨੂੰ ਅੱਛੀਆਂ ਮਾਵਾਂ ਦੇ ਦਿਓ ਤੇ ਮੈਂ ਤੁਹਾਨੂੰ ਇੱਕ ਅੱਛੀ ਨੇਸ਼ਨ ਜਾਂ ਕੌਮ ਦੇ ਦਾਂਗਾ। ਉਹਨੇ ਇਹ ਵੀ ਕਿਹਾ ਹੈ ਕਿ ਜੇ ਅਸੀਂ ਔਰਤ ਦੀ ਗੱਲ ਜਾਂ ਤੀਵੀਂ ਦੀ ਗੱਲ ਧਿਆਨ ਨਾਲ ਸੁਣਨਾ ਸ਼ੁਰੂ ਕਰ ਦਈਏ ਤੇ ਸਮਾਜ ਦੇ ਵਿੱਚ ਬਹੁਤ ਹੀ ਮਸਲੇ ਹੱਲ ਹੋ ਜਾਣਗੇ। ਅਸੀਂ ਕਿੱਥੇ ਸੁਣਨੇ ਆ। ਸੋ ਐਲਡਰ ਸਾਹਿਬ ਪੜ੍ਹਨਗੇ ਜੀ ਇਫਸੀਆਂ 5 ਦੀ 22 ਤੋਂ 24 ਦੇ ਵਿੱਚ ਇਹ ਫਿਰ ਇੱਕ ਵਾਰੀ ਪੜ੍ਹੀ ਜਾਏਗੀ ਜੀ ਸਰ। ਆਫਸੀਆਂ ਉਹਦਾ 5ਵਾਂ ਚੈਪਟਰ ਦੀ 22 ਤੋਂ ਲੈ ਕੇ 24 ਐਚ ਦੇ ਵਿੱਚ ਲਿਖਿਆ ਹੈ, ਹਾਲੇਲੂਇਆ। ਹੈ ਪਤਨੀਓ ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ, ਕਿਉਂ ਜੋ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਵੀ ਕਲੀਸਿਆ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ, ਪਰ ਤਾਂ ਵੀ ਜਿਸ ਪ੍ਰਕਾਰ ਕਲੀਸਿਆ ਮਸੀਹ ਦੇ ਅਧੀਨ ਹੈ, ਇਸੇ ਪ੍ਰਕਾਰ ਪਤਨੀਆਂ ਵੀ ਹਰ ਗੱਲ ਵਿੱਚ ਆਪਣੀਆਂ ਪਤੀਆਂ ਦੇ ਅਧੀਨ ਹੋਣ। ਇਹ ਪਤਨੀਆਂ ਦਾ ਹੁਣ ਵਾਰੀ ਆ ਗਈ ਜੇ ਕਿ ਉਹ ਆਪਣੇ ਪਤੀਆਂ ਦੇ ਅਧੀਨ ਹੋਣ, ਤੇ ਜਿੰਜ ਕਲੀਸਿਆ ਮਸੀਹ ਦੇ ਅਧੀਨਗੀ ਦੇ ਵਿੱਚ ਹੈਗੀ ਹੈ ਇੰਜ ਹੀ ਉਹ ਰਹਿਣ। ਤੇ ਹੁਣ ਇੱਕ ਜਿਹੜੀ ਚੰਗੀ ਪਤਨੀ ਹੈ ਨਾ, ਆਪਾਂ ਵੇਖ ਲਿਆ ਸੀ ਕਿ ਜਿਹੜੀ ਆਪਣੀ ਮਰਜ਼ੀ ਕਰਦੀ ਹੈ ਪਤਨੀ, ਉਹ ਸਾੜਾ ਵੇ, ਹੱਡੀਆਂ ਲਈ ਸਾੜਾ ਹੈ। ਮਤਲਬ ਇਹ ਵੇ ਕਿ ਉਹ ਨੀਰਾ ਫੈਮਿਲੀ ਨਰਕ ਹੀ ਬਣ ਜਾਂਦੀ ਏ। ਤੇ ਆਪਾਂ ਪੜਾਂਗੇ ਕਹਾਵਤਾਂ ਉਹਦੀ 31 ਦੀ 10 ਤੋਂ 31 ਇਹ ਪੜ੍ਹ ਹੀ ਦੇਣੇ ਆ। ਇਹਦੇ ਵਿੱਚ ਤੁਸੀਂ ਵੇਖਿਓ ਕਿ ਇਹ ਇੱਕ ਨਿਸ਼ਾਨੀ ਹੈ ਕਿ ਜਿਹੜਾ ਇੱਕ ਪਤਨੀ ਨੂੰ ਇਹ ਇੱਕ ਇਖਤਿਆਰ ਜਾਂ ਮੁਕਾਮ ਦਿੱਤਾ ਗਿਆ ਉਹ ਇੰਜ ਦੀ ਹੋਣੀ ਚਾਹੀਦੀ ਹੈ। ਕਹਾਵਤਾਂ ਉਹਦਾ 31ਵਾਂ ਚੈਪਟਰ ਉਹਦੀ 10 ਤੋਂ ਲੈ ਕੇ 31 ਆਇਤ ਜਿਹੜੀ ਪੜ੍ਹੀ ਜਾਵੇਗੀ, ਉਹਦੇ ਵਿੱਚ ਲਿਖਿਆ ਹੈ, ਪਤਵੰਤੀ ਇਸਤਰੀ ਕਿਹਨੂੰ ਮਿਲਦੀ ਹੈ, ਕਿਉਂ ਜੋ ਉਹਦੀ ਕਦਰ ਲਾਲਾਂ ਨਾਲੋਂ ਬਹੁਤ ਵਧੇਰੇ ਹੈ। ਉਹਦੇ ਭਰਤਾਂ ਦਾ ਮਾਣ ਉਹਦੇ ਉੱਤੇ ਭਰੋਸਾ ਰੱਖਦਾ ਹੈ ਅਤੇ ਉਹਨੂੰ ਲਾਭ ਦੀ ਕੁਝ ਥੋੜ ਨਹੀਂ ਹੁੰਦੀ। ਉਮਰ ਭਰ ਉਹ ਉਸ ਦੇ ਨਾਲ ਭਲਾਈ ਹੀ ਕਰੇਗੀ, ਬੁਰਾਈ ਨਹੀਂ। ਹਾਲੇਲੂਇਆ। ਉਹ ਉੱਨ ਅਤੇ ਕਤਾਨ ਭਾਲ ਕੇ ਚਾਅ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ। ਉਹ ਵਪਾਰੀਆਂ ਦੇ ਜਹਾਜ਼ਾਂ ਵਰਗੀ ਹੈ, ਉਹ ਆਪਣਾ ਭੋਜਨ ਦੂਰੋਂ ਲਿਆਉਂਦੀ ਹੈ। ਰਾਤ ਰਹਿੰਦਿਆਂ ਉੱਠ ਕੇ ਆਪਣੇ ਟੱਬਰ ਨੂੰ ਭੋਜਨ ਅਤੇ ਆਪਣਿਆਂ ਗੋਲਿਆਂ ਨੂੰ ਕੰਮ ਦਿੰਦੀ ਹੈ। ਹਾਲੇਲੂਇਆ। ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ ਅਤੇ ਆਪਣੇ ਹੱਥਾਂ ਦੀ ਖੱਟੀ ਨਾਲ ਦਾਖ ਦੀ ਬਾੜੀ ਲਾਉਂਦੀ ਹੈ। ਉਹ ਬਲ ਨਾਲ ਆਪਣਾ ਲੱਕ ਬੰਨ੍ਹਦੀ ਹੈ ਅਤੇ ਆਪਣੀਆਂ ਬਾਹਾਂ ਨੂੰ ਤਗੜਿਆ ਕਰਦੀ ਹੈ। ਉਹ ਪਰਖ ਲੈਂਦੀ ਹੈ ਕਿ ਮੇਰਾ ਵਪਾਰ ਚੰਗਾ ਹੈ। ਰਾਤ ਨੂੰ ਉਹ ਦੀਵਾ ਨਹੀਂ ਬੁਝਦਾ। ਉਹ ਤੱਕੜੇ ਨੂੰ ਹੱਥ ਲਾਉਂਦੀ ਹੈ ਅਤੇ ਉਹਦੇ ਹੱਥ ਅਟਰੇਨ ਨੂੰ ਫੜਦੇ ਹਨ। ਉਹ ਮਸਕੀਨਾਂ ਵੱਲ ਹੱਥ ਪਸਾਰਦੀ ਹੈ ਅਤੇ ਕੰਗਾਲਾਂ ਵੱਲ ਹੱਥ ਲੰਮੇ ਕਰਦੀ ਹੈ। ਉਹਨੂੰ ਆਪਣੇ ਟੱਬਰ ਵੱਲੋਂ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹਦਾ ਸਾਰਾ ਕਿਰਮਚ ਪਾਉਂਦਾ ਹੈ। ਉਹ ਆਪਣੇ ਲਈ ਚੋਪ ਬਣਾਉਂਦੀ ਹੈ। ਉਹਦੇ ਵਸਤਰ ਕਤਾਨੀ ਤੇ ਬੈਂਗਣੀ ਹਨ। ਉਹਦਾ ਪਤੀ ਫਾਟਕ ਵਿੱਚ ਮੰਨਿਆ ਦੰਨਿਆ ਹੈ। ਜਦ ਉਹ ਦੇਸ਼ ਵਿੱਚ ਬਜ਼ੁਰਗਾਂ ਵਿੱਚ ਬੈਠਦਾ ਹੈ, ਉਹਦਾ ਮਲਮਲ ਦੇ ਵਸਤਰ ਬਣਾ ਕੇ ਵੇਚਦੀ ਹੈ ਅਤੇ ਵਪਾਰੀਆਂ ਨੂੰ ਪਟਕੇ ਦਿੰਦੀ ਹੈ। ਬਲ ਅਤੇ ਮਾਣ ਉਹਦਾ ਲਿਬਾਸ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉੱਤੇ ਉਹ ਹੱਸਦੀ ਹੈ।
ਉਹ ਬੁੱਧ ਨਾਲ ਆਪਣਾ ਮੁਖ ਖੋਲਦੀ ਹੈ ਅਤੇ ਉਹਦੀਆਂ ਰਸਨਾ ਉੱਤੇ ਦਇਆ ਦੀ ਸਿੱਖਿਆ ਹੈ। ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ ਅਤੇ ਆਲਸ ਦੀ ਰੋਟੀ ਨਹੀਂ ਖਾਂਦੀ। ਉਹਦੇ ਬੱਚੇ ਉੱਠ ਕੇ ਉਹਨੂੰ ਧੰਨ ਧੰਨ ਆਖਦੇ ਹਨ ਅਤੇ ਉਹਦਾ ਪਤੀ ਵੀ, ਅਤੇ ਉਹ ਉਹਦੀ ਸਲਾਹਤ ਕਰਦਾ ਹੈ ਕਿ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ, ਪਰ ਉਹਨਾਂ ਸਭਨਾਂ ਨਾਲੋਂ ਵੱਧ ਗਈ ਹੈ। ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਠਿਆ, ਪਰ ਉਹ ਇਸਤਰੀ ਜੋ ਯਹੋਵਾ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ। ਉਹਦੇ ਹੱਥਾਂ ਦਾ ਫਲ ਉਹਨੂੰ ਦਿਓ ਅਤੇ ਉਹਦੇ ਕੰਮ ਆਪੇ ਫਾਟਕ ਵਿੱਚ ਉਹਨੂੰ ਜਸ ਦੇਣਾ। ਹਾਲੇਲੂਇਆ। ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣੇ ਤੇ ਉਹਦੀ ਬਰਕਤ ਹੋਵੇ। ਆਈ ਜੇ ਰੋਲ ਇਹਦਾ ਪਤਨੀ ਦਾ, ਤੇ ਅਸਲ ਵਿੱਚ ਵੇਖਿਆ ਜਾਏ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਇਸ ਧਨ ਤੋਂ ਮਹਿਰੂਮ ਨੇ, ਕਿਉਂਕਿ ਉਹ ਪਰਮੇਸ਼ਵਰ ਦੇ ਵਚਨਾਂ ਉੱਤੇ ਨਹੀਂ ਚੱਲਦੀਆਂ ਤੇ ਗੱਲਾਂ ਬਾਤੀ ਇਧਰੋਂ ਸੁਣ ਕੇ ਤੇ ਉਹ ਜਿਹੜੀਆਂ ਨੇ ਉਨ ਚੱਲਣ ਦੀਆਂ ਕਰਦੀਆਂ ਨੇ। ਤੇ ਇਹ ਜੇ ਇਹ ਉਹਦਾ ਸੁਭਾਅ ਹੋਵੇ ਤੇ ਜਿਹੜਾ ਪਤੀ ਹੈ ਉਹ ਮਹਿਸੂਸ ਕਰਦਾ ਹੈ ਕਿ ਯਾਰ ਮੇਰਾ ਦਿਲ ਜਿਹੜਾ ਹੈ ਨਾ ਹੈ ਮੇਰੀ ਬੀਵੀ ਕੋਲ ਮਹਿਫੂਜ਼ ਹੈ ਨਾ, ਤੇ ਇਸ ਲਈ ਉਹ ਉਹਦੀ ਇੱਜ਼ਤ ਕਰਦਾ ਹੈ। ਤੇ ਉਹ ਬੱਚਿਆਂ ਨੂੰ ਮਾਂ ਦੀ ਬੇਇੱਜ਼ਤੀ ਕਰਨ ਵੀ ਨਹੀਂ ਦਿੰਦਾ, ਇਸ ਲਈ ਨਹੀਂ ਦਿੰਦਾ ਤੇ ਕਿ ਉਹ ਬੱਚੇ ਸਮਝਣ। ਤੇ ਜਦੋਂ ਉਹ ਮਾਂ ਦੀ ਇੱਜ਼ਤ ਕਰਦਾ ਹੈ, ਆਦਰ ਕਰਦਾ ਹੈ, ਤੇ ਬੱਚੇ ਵੀ ਕਰਦੇ ਹੈਗੇ ਨੇ। ਤੇ ਐਲਡਰ ਸਾਹਿਬ ਨੇ ਪੜ੍ਹਿਆ ਕਿ ਮਜਲਿਸ ਦੇ ਵਿੱਚ, ਸੰਗਤੀ ਦੇ ਵਿੱਚ ਉਹਦੀ ਤਾਰੀਫ ਹੋਣੀ ਚਾਹੀਦੀ ਹੈ। ਸੋ ਉਹਨੂੰ ਕਹਾਵਤਾਂ 31 ਦੇ ਵਿੱਚ ਉਹਨੂੰ ਕੀ ਕਹਿੰਦੇ ਨੇ, ਉਹਨੂੰ ਉਹਦੀ ਤਾਰੀਫ ਕਰਨੀ ਚਾਹੀਦੀ ਹੈ। ਤੇ ਇਹ 31 ਦੀ 30 ਪੜ੍ਹੀ ਹੈ ਅਸਾਂ, ਤੇ ਮੈਂ ਦੇਖ ਰਿਹਾ ਕਿ ਉਹਦੇ ਵਿੱਚ ਕਹਿੰਦੇ ਨੇ ਕਿ ਉਹ ਖੂਬਸੂਰਤੀ ਜਿਹੜੀ ਹੁੰਦੀ ਜੇ ਨਾ, ਉਹ 31 ਦੀ 30 ਆਇਤ ਤੁਸੀਂ ਪੜ੍ਹਦੇ ਹੋ ਕੀ ਹੈ? ਤਾਂ 31 ਦੀ 30 ਆਇਤ ਦੇ ਵਿੱਚ ਲਿਖਿਆ, ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਠਿਆ, ਪਰ ਉਹ ਇਸਤਰੀ ਜੋ ਯਹੋਵਾ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ। ਯਾਨੀ ਆਊਟਰ ਬਿਊਟੀ ਤੇ ਠੀਕ ਹੈ, ਲੇਕਿਨ ਅੰਦਰ ਦੀ ਖੂਬਸੂਰਤੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਪੜਿਆ ਗਿਆ ਹੈ। ਤੇ ਅਜ਼ੀਜ਼ੋ ਗੱਲ ਇਹ ਵੇ, ਅਸਾਂ ਮਸੀਹੀ ਜ਼ਿੰਦਗੀ, ਖਾਨਦਾਨੀ ਜ਼ਿੰਦਗੀ ਜਿਹੜੀ ਹੈ, ਇਹ ਅਸਾਂ ਵਚਨ ਦੇ ਮੁਤਾਬਿਕ ਚੱਲਣਾ ਹੈ। ਦੁਨੀਆ ਰੀਤੀ ਰਿਵਾਜ ਜਾਂ ਸਾਡੀ ਫੈਮਲੀਆਂ 'ਚ ਹੁੰਦਾ ਰਿਹਾ ਤੇ ਇਹ ਬੜਾ ਹੀ ਬਚਣਾ ਜੇ, ਕਿਉਂਕਿ ਪਰਮੇਸ਼ਵਰ ਨੇ ਕਿਹਾ ਕਿ ਤੂੰ ਮਾਪੇ ਨੂੰ ਛੱਡੇਗਾ, ਮਤਲਬ ਇਹ ਨਹੀਂ ਜੇ ਉਹਨਾਂ ਨੂੰ ਉਹ ਜਾਓ ਜੀ ਹੁਣ ਨਹੀਂ, ਉਹਨਾਂ ਦੀ ਵੀ ਕੇਅਰ ਕਰਨੀ ਹੈ, ਇੱਕ ਬੈਲੈਂਸ ਰੱਖਣਾ ਹੈ ਔਰ ਆਪਣੇ ਪਰਿਵਾਰ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਰੱਖਣਾ ਹੈ ਜਿੰਜ ਇਹ ਜਿਹੜੀ ਔਰਤ ਹੈ ਇਹਦਾ ਵੇਖੋ ਇੱਕ ਸ਼ਬਦ ਬੜਾ ਕੀਮਤੀ ਜੇ ਸਾਡੀਆਂ ਭੈਣਾਂ ਮਾਵਾਂ ਇਹਨੂੰ ਫਾਲੋ ਕਰ ਲੈਣ, ਉਹ ਯਕੀਨ ਜਾਣੋ ਵਿਗਾੜ ਪੈਦਾ ਹੀ ਨਹੀਂ ਹੁੰਦਾ ਜੇ। ਉਹ ਬੰਦਿਆਂ ਨੂੰ ਵੀ ਸ਼ਰਮ ਆ ਜਾਂਦੀ ਯਾਰ, ਜਿਹੜੇ ਬੜੇ ਫੂਫਾਂ ਕਰਦੇ ਫਿਰਦੇ ਨੇ, ਤੇ ਜਿਹੜੇ ਬੰਦੇ ਜਿਹੜੇ ਨੇ ਉਹ ਤੀਵੀਆਂ ਨੂੰ ਕੁੱਟਦੇ ਨੇ, ਉਹ ਬੜੇ ਬੁਜ਼ਦਿਲ ਹੁੰਦੇ ਜੇ ਹੈ, ਉਹ ਬਹਾਦਰ ਨਹੀਂ ਹੁੰਦੇ। ਜ਼ਰਾ ਬਾਹਰ ਨਿਕਲ ਕੇ ਕਿਸੇ ਨੂੰ ਹੱਥ ਪਾਉਣ ਤੇ ਪਤਾ ਲੱਗ ਜਾਂਦਾ, ਤੇ ਬੁੱਢੀ ਨੂੰ ਕੁੱਟ ਕੇ ਤੇ ਬੱਚਿਆਂ ਨੂੰ ਕੁੱਟ ਕੇ ਆਹ ਬੋਲੇ। ਮੈਂ ਬੜੀ ਹਮੇਸ਼ਾ ਯਾਦ ਰੱਖੋ, ਪ੍ਰਭੂ ਯਿਸੂ ਸਾਡਾ ਨਮੂਨਾ ਹੈ। ਅਸਾਂ ਉਹਦੇ ਮੁਤਾਬਿਕ ਜਿੰਜ ਉਹਨੇ ਕਲੀਸਿਆ ਨੂੰ ਪ੍ਰੇਮ ਕੀਤਾ, ਜਿੰਜ ਉਹਨੇ ਕਲੀਸਿਆ ਲਈ ਆਪਣੀ ਜਾਨ ਦਿੱਤੀ, ਤੇ ਇਸੇ ਤਰੀਕੇ ਨਾਲ ਅਸੀਂ ਨਮੂਨਾ ਫੜਨਾ। ਤੇ ਜਿਹੜੀ ਤੀਵੀਂ ਹੈ ਪਤਨੀ ਨੂੰ ਚਾਹੀਦਾ ਉਹਦਾ ਆਦਰ ਵੀ ਕਰੇ, ਠੀਕ ਹੈ। ਇੱਕ ਆਖਰੀ ਗੱਲ, ਸਿਰ ਤੋਂ ਨਹੀਂ ਕੱਢੀ ਕਿ ਉਹਨੂੰ ਸਿਰ ਤੇ ਬਿਠਾ ਦਿਓ, ਦਿਲ ਦੇ ਕੋਲੋਂ ਕੱਢੀ ਕਿ ਉਹਨੂੰ ਪਿਆਰ ਕਰੋ, ਨਾ ਤੇ ਪੈਰਾਂ ਵਿੱਚੋਂ ਕੱਢੀਏ ਜਿੰਜ ਅਸੀਂ ਪੈਰਾਂ ਦੀ ਜੁੱਤੀ ਵੀ ਨਾ ਸਮਝਿਓ। ਇਹ ਇੱਕ ਦਿਨ ਅਸਾਂ ਹਿਸਾਬ ਦੇਣਾ ਹੈ, ਪਤੀ ਤੇ ਪਤਨੀਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਹਿਸਾਬ ਦੇਣਾ ਹੈ ਕਿ ਮੇਰੇ ਵਚਨ ਦੇ ਮੁਤਾਬਿਕ ਇਹ ਚੱਲਦੇ ਰਹੇ ਨੇ ਕਿ ਨਹੀਂ ਚੱਲਦੇ ਰਹੇ। ਇਸ ਲਈ ਅਸੀਂ ਇਹ ਦੇਖ ਲਈਏ ਤੇ ਇੱਕ ਦੂਜੇ ਦਾ ਆਦਰ ਦੀ ਗੱਲ ਹੁੰਦੀ ਏ, ਮਕਾਮ ਆ ਗਏ ਜੇ, ਆਦਰ ਦੀ ਗੱਲ ਹੋ ਗਈ ਏ, ਤੇ ਇਦਾਂ ਹੀ ਆਦਰ ਦੇਣਾ ਹੈ ਜਿਵੇਂ ਪ੍ਰਭੂ ਯਿਸੂ ਮਸੀਹ ਨੇ
ਦੱਸਿਆ ਹੈਗਾ। ਹਾਲੇਲੂਇਆ। ਹਾਲੇਲੂਇਆ। ਸੋ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਟੌਪਿਕ ਦੇ ਲਈ ਵੀ, ਜੋ ਅਸੀਂ ਸਿੱਖਿਆ ਕਿ ਪਤੀ ਤੇ ਪਤਨੀ ਦਾ ਜਿਹੜਾ ਮੁਕਾਮ ਕੀ ਹੈ, ਠੀਕ ਹੈ, ਤੇ ਇੱਕ ਦੂਸਰੇ ਦਾ ਆਦਰ ਕਰਨਾ ਜ਼ਰੂਰੀ ਹੈ। ਹਾਲੇਲੂਇਆ। ਆਓ ਮੇਰੇ ਭੈਣ ਤੇ ਭਰਾਵੋ, ਅਸੀਂ ਮਿਲ ਕੇ ਅਸੀਂ ਇਸ ਵੀਡੀਓ ਦੇ ਲਈ ਸ਼ੁਕਰ ਅਦਾ ਕਰਦੇ ਹਾਂ ਉਹਨਾਂ ਦੇ ਪਰਮੇਸ਼ਰ ਦੇ ਦਾਸ ਪਾਸ ਇਕਬਾਲ ਦਾਤਾ, ਜਿਨ੍ਹਾਂ ਨੇ ਸਾਨੂੰ ਸਿਖਾਇਆ। ਵਚਨ ਦੇ ਵਿੱਚੋਂ ਅਸੀਂ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਆਓ ਅਸੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਦੇ ਹਾਂ ਤੇ ਪ੍ਰਾਰਥਨਾ ਕਰੀਏ। ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਖੁਦਾਵੰਦ ਖੁਦਾ, ਜੋ ਅਸੀਂ ਪਰਮੇਸ਼ਰ ਵਚਨ ਦੇ ਵਿੱਚੋਂ ਸਿੱਖਿਆ ਕਿ ਪਤੀ ਤੇ ਪਤਨੀ ਦਾ ਜਿਹੜਾ ਕੀ ਮੁਕਾਮ ਹੈ, ਤੇ ਅਸੀਂ ਉਸ ਦੇ ਵਿੱਚੋਂ ਸਿੱਖਿਆ ਕਿ ਪਤੀ ਤੇ ਪਤਨੀ ਨੂੰ ਇੱਕ ਦੂਸਰੇ ਨੂੰ ਆਦਰ ਕਰਨਾ ਚਾਹੀਦਾ ਹੈ। ਅਸੀਂ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ, ਜਿਵੇਂ ਤੁਸੀਂ ਵਚਨ ਦੇ ਵਿੱਚ ਦੱਸਿਆ ਕਿ ਜਿਹੜਾ ਪਤੀ ਹੈ ਤੇ ਪਤਨੀ ਉਹ ਇੱਕ ਸਰੀਰ ਨੇ। ਪਤੀ ਦਾ ਫਰਜ਼ ਹੈ ਕਿ ਉਹ ਪਤਨੀ ਨੂੰ ਪ੍ਰੇਮ ਰੱਖੇ, ਤੇ ਪਰਮੇਸ਼ਰ ਇਹ ਪਤਨੀ ਦਾ ਵੀ ਫਰਜ਼ ਹੈ ਕਿ ਉਹ ਆਪਣੇ ਪਤੀ ਦੇ ਅਧੀਨ ਰਵੇ। ਤੇ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅਸੀਂ ਪਰਮੇਸ਼ਰ ਦੁਨਿਆਵੀ ਸੋਚਾਂ ਨੂੰ ਛੱਡ ਕੇ ਪਤੀ ਪਤਨੀ ਦੇ ਰਿਸ਼ਤੇ ਨੂੰ ਅਸੀਂ ਮਸੀਹ ਕਲੀਸਿਆ ਦੇ ਮੁਤਾਬਕ ਦੇਖੀਏ, ਜੋ ਪ੍ਰਭੂ ਯਿਸੂ ਸਾਨੂੰ ਕਹਿਣਾ ਚਾਹ ਰਿਹਾ ਹੈ, ਅਸੀਂ ਉਸ ਦੇ ਮੁਤਾਬਕ ਉਸ ਚੀਜ਼ ਨੂੰ ਕਰੀਏ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਜੋ ਵੀ ਇਸ ਵੀਡੀਓ ਨੂੰ ਦੇਖੇ ਪਰਮੇਸ਼ਰ, ਉਹਨਾਂ ਦੇ ਵਿਆਹਿਕ ਜੀਵਨ ਨੂੰ, ਉਹਨਾਂ ਦੀ ਜ਼ਿੰਦਗੀਆਂ ਨੂੰ ਤੁਸੀਂ ਪਰਮੇਸ਼ਰ ਬਰਕਤ ਭਰਿਆ ਬਣਾਉਣਾ। ਸਾਰਾ ਜਲਾਲ ਔਰ ਮਹਿਮਾ ਤੇਰੇ ਨਾਮ ਦੇ ਵਿੱਚ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਆਮੀਨ, 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 ਆਮੀਨ। ਹਾਲੇਲੂਇਆ, ਹਾਲੇਲੂਇਆ।